देखो पाकिस्तान मैं शदीद पाकिस्तानी जिहड़े हैगे ने उन्हां दे बारे उन्हां दे नाल मुखातब हैगा ते शदीद जूथियां दे बारे गल करनी है। इधर पहला क्लिप मिला फरमाओ। ये देखो, ये रहा इस्लामी जी देख लीजिए। उन्हें दूसरी रिपोर्ट मिला फरमाओ। ब्रेडफोर्ड के अंदर जो पाकिस्तानी कॉन्सुलेट है, अगर हम दिखा सके, चल रही है फुटेज इस वक्त कि हम दिखा सके कि किस तरह पाकिस्तानी परचम जो है उसको उतारा गया। वो जो लड़का है, वो जो कोई भी है, उसके पांव के तले रोंदा हुआ है और ऊपर एक सियासी पार्टी का परचम और गालिबन पाकिस्तान तहरीक इंसाफ का परचम है। ये जो है वो ऐसे फ्लाई कर रहा है जैसे कि पाकिस्तान का यही परचम है। ये बड़ी बदकिस्मती है। जिस किसी ने भी इस यूथ का दिमाग खराब किया, इसको पाकिस्तान के झंडे से मुतरफर किया, ये अनफॉर्चुनेट इंसिडेंट है। पाकिस्तान की जगहसाई हो रही है सोशल मीडिया के ऊपर, हिंदुस्तानियों के आगे, गैर मुल्कियों के आगे, कि हम अपनी कॉन्सुलेट में अपना परचम उतार के जो है वो हमने एक सियासी पार्टी का परचम लगा दिया। इस पर जितना शर्म किया जाए, जितना तबर्रा किया जाए, जितना इसको मजम्मत की जाए कम है। ये है वो हालात जिसके अंदर 9 मई के वाकयात हमें देखने को मिलते हैं। ये वो हालात जिसके बाद फिर आर्मी एक्ट जब लगता है तो फिर लोग बुलबुलाते हैं, हाय ये क्या हो गया हमारे साथ। भाई अब अपनी हरकतें जरा चेक करें कि आप कर क्या रहे हैं इस मुल्क के साथ। उस बार बुखारी साहबा चले, ये तो ये हुआ, ये वैसे क्रेडिट देना पड़ेगा। पासपोर्ट भी हो गए, झंडे भी हो गए, ठीक है। हूं अगे चलो कि बकवास भी सुन लो, जी आजकल बड़ी आम है बकवास, वो भी सुन लो। मैं एक पाकिस्तानी शहरी और मैं 14 अगस्त का बाइकआउट करता हूं क्योंकि मैं समझता हूं कि दोस्तों ਇਹ ਤੇ ਉਹ ਲੋਕ ਨੇ, ਉਹ ਮਿਜ਼ਾਈਲ ਨੇ ਜਾਂ ਉਹ ਐਮੂਨੀਸ਼ਨ ਨੇ ਜਿਹੜਾ ਕਿ ਦੁਸ਼ਮਣ ਇਸ ਟਾਈਮ ਮੀਡੀਆ ਟੂਲਸ ਹੀ ਭਰ ਕੇ ਸਾਡੇ ਤੇ ਚਲਾ ਰਿਹਾ ਤੇ ਪ੍ਰੋਪਰ ਇਸ ਟਾਈਮ ਪਾਕਿਸਤਾਨ ਦੀ ਜੰਗ ਲੱਗੀ ਹੈ, ਲੇਕਿਨ ਡਿਫਰੈਂਟ ਜੰਗ ਹੈ। ਤੁਸੀਂ ਪਹਿਲੇ ਨਹੀਂ ਦੇਖੀ ਹੈ ਕੋਈ ਜੰਗ। ਇਹ ਵੀ ਇੱਕ ਜੰਗ ਹੁੰਦੀ ਹੈ, ਨਵੀਂ ਜੰਗ ਵੀ ਤੇ ਵੀ ਗੌਰ ਕਰੋ, ਨਵੀਂ ਜੰਗ ਕਿਸ ਤਰ੍ਹਾਂ ਹੁੰਦੀ ਹੈ। ਮੇਰੇ ਦੋਸਤੋ ਇਹ ਤੇ ਉਹ ਲੋਕ ਨੇ ਤੇ ਉਹ ਲੋਕ ਨੇ ਜਿਹਨਾਂ ਜਿਹੜੇ ਆਪੇ ਜਾਂਦੇ ਨੇ, ਜਿਨ੍ਹਾਂ ਕੋਲੋਂ ਫਿਰ ਵੀ ਸਾਨੂੰ ਉਮੀਦਾਂ ਰੱਖਣੀਆਂ ਪੈਂਦੀਆਂ ਨੇ। ਲੇਕਿਨ ਉਹਦੇ ਦਰਮਿਆਨ ਦੇ ਜੋ ਹੋਰ ਵੀ ਲੋਕ ਹੈਗੇ ਨੇ, ਉਹ ਲੋਕ ਨੇ ਜਿਹੜੇ ਸਾਡੇ ख्वाब ਖਰੀਦਦੇ ਨੇ ਜਾਂ ਵੇਚਦੇ ਨੇ। ਉਹ ਨੇ ਜਿਹੜੇ ਸਾਡੇ ਘਰਾਂ ਦੇ ਵਿੱਚ ਆ ਕੇ, ਸਾਡੀ ਗਲੀਆਂ ਦੇ ਵਿੱਚ ਖਲੋ ਕੇ, ਮਾਈਕ ਫੜ ਕੇ ਤੇ ਸਾਨੂੰ ਤਕਰੀਰਾਂ ਕਰਦੇ ਨੇ, ਸਾਡੇ ਨਾਲ ਵਾਅਦਾ ਕਰਦੇ ਨੇ, ਅਸੀਂ ਤੁਹਾਡੇ ਵਾਸਤੇ ਅੱਛਾ ਟਾਈਮ ਲਿਆਵਾਂਗੇ, ਅਸੀਂ ਤੁਹਾਡੇ ਵਾਸਤੇ ਲੜਾਂਗੇ, ਅਸੀਂ ਤੁਹਾਡੇ ਵਾਸਤੇ, ਸਾਡੀ ਹੁਣ ਇਸ ਟਾਈਮ ਜੰਗ ਲੱਗੀ ਹੈ। ਉਹ ਲੋਕ ਜਿਹੜੇ ਸਾਡੇ ਨਾਲ ਵਾਅਦਾ ਕਰਦੇ ਤੁਹਾਡੇ ਵਾਸਤੇ ਲੜਾਂਗੇ ਤੇ ਸਾਡੇ ਕੋਲ ਵੋਟ ਲੈ ਕੇ ਜਾਂਦੇ ਨੇ, ਕੌਣ ਨੇ, ਕੀ ਸ਼ਕਲਾਂ ਨੇ, ਮੈਂ ਤੁਹਾਨੂੰ ਕਲਿੱਪ ਦਿਖਾਣਾ। ਉਹਦੇ ਦੇਖੋ ਕਿ ਦੁਨੀਆ ਇਸ ਟਾਈਮ ਮਰ ਰਹੀ ਭੁੱਖੀ, ਪਾਕਿਸਤਾਨੀ ਭੁੱਖੇ ਮਰ ਰਹੇ ਨੇ, ਬੁਰਾ ਸ਼ਰਿਆ ਹੈ। ਉਹ ਬੰਦੇ ਬਾਹਰ ਗਾਰਡਨ ਹੀ ਬੈਠੇ ਨੇ ਤੇ ਬਾਹਰ ਗਾਰਡਨ ਦੇ ਵਿੱਚ ਵੀ ਉਹਨਾਂ ਨੂੰ ਐਸੀ ਚੀਜ਼ਾਂ ਨੇ, ਉਹ ਨੇ ਜਿਨ੍ਹਾਂ ਦੇ ਮੁਫਤ ਬਿਜਲੀਆਂ ਖਲਾ ਲੀਆਂ ਉਹਨੇ ਆਪਣੀਆਂ, ਤੁਹਾਡੇ ਵੋਟ ਲੈ ਕੇ। ਉਹਨਾਂ ਨੂੰ ਮਿਲਾ ਦਿਓ ਕਰੋ ਪਲੀਜ਼। ਮੇਰੇ ਮੁਹਤਰਮ ਦੋਸਤੋ, ਮੈਂ ਨਹੀਂ ਜਾਣਦਾ ਇਹ ਲੋਕ ਕੌਣ ਹੈਗੇ ਨੇ, ਲੇਕਿਨ ਇਹ ਪਾਕਿਸਤਾਨ ਦੇ ਕੋਈ ਲੀਡਰਾਂ ਦੇ ਵਿੱਚ ਹੈਗੇ ਨੇ। ਤੁਸੀਂ ਇਹਨਾਂ ਨੂੰ ਖੁਦ ਪਹਿਚਾਨ ਸਕਦੇ ਜੇ, ਤੁਸੀਂ ਗੌਰ ਕਰ ਸਕਦੇ ਜੇ ਕਿ ਤੁਹਾਡੀ ਦਿੱਤੀ ਫ੍ਰੀ ਬਿਜਲੀ ਬਾਹਰ ਵੀ ਥੋੜੀ ਦੇਰ 에ਅਰ ਕੰਡੀਸ਼ਨ ਤੋਂ ਬਗੈਰ ਨਹੀਂ ਬੈਠ ਸਕਦੇ। ਤੁਹਾਨੂੰ ਪਤਾ ਕਿ ਜਦੋਂ 에ਅਰ ਕੰਡੀਸ਼ਨ ਬਾਹਰ ਲਾਈਦਾ ਹੈ ਉਹਦਾ ਖਰਚਾ ਕਿੰਨਾ। ਠੀਕ ਹੈ, ਇਹ ਵੀ ਸੁਣ ਲਈ। ਤੁਸੀਂ ਮੈਨੂੰ ਦੱਸੋ ਕਿ ਕਿਸ ਲਿਹਾਜ਼ ਨਾਲ, ਕਿਸ ਜਗ੍ਹਾ ਤੋਂ ਇਸ ਦੁਸ਼ਮਣ ਨੂੰ ਛੱਡ ਦਈਏ। ਇੱਕ ਦੁਸ਼ਮਣ ਅੰਦਰੂਨੀ ਹਮਲੇ ਕਰ ਚੁੱਕਿਆ ਤੇ ਮੁਸਲਸਲ ਕਰੀ ਜਾ ਰਿਹਾ। ਪਾਸਪੋਰਟ ਸਾਡੇ ਫੜਤੇ, ਫਿਰ ਦੁਬਾਰਾ ਝੰਡੇ ਸਾਡੇ ਫੜਤੇ, ਪਾਕਿਸਤਾਨ 14 ਅਗਸਤ ਨੂੰ ਮੰਨਦੇ ਨਹੀਂ ਪਏ ਤੇ ਫਿਰ ਕਹਿੰਦੇ ਪਾਕਿਸਤਾਨ ਵਾਸਤੇ ਅਸੀਂ ਸਾਰਾ ਕਰ ਰਹੇ ਹਾਂ। ਤੁਸੀਂ ਦੱਸੋ ਕਿਹਦਾ ਬੰਦੋਬਸਤ ਕਿੰਨੇ ਕਰਨਾ। ਉਹ ਜਿਹੜੇ ਨਹੀਂ ਕਰਦੇ ਉਹਨਾਂ ਨਾਲ ਗੱਲ ਕਰਾਂਗੇ, ਫਿਰ ਕਹਾਂਗੇ ਤੁਸੀਂ ਉਹ ਤਨਕੀਦ ਨਹੀਂ ਕਰ ਸਕਦੇ। ਦੱਸੋ ਕਿਹੜੇ ਪਾਸੇ ਜਾਈਏ।